जी प्यारे विद्यार्थियों, सत श्री अकाल, नमस्कार साਰਿਆਂ ਨੂੰ। सो ਅੱਜ मैं जसदीप सिंह वोकेशनल लेक्चरर गवर्नमेंट सीनियर सैकेंडरी स्कूल टाउन हाल मंडी तो ये वीडियो लेक्चर रिकॉर्ड करके तुहानूं मतलब इसका टॉपिक जिहड़ा आ लोकल एरिया नैटवर्क, मैट्रोपोलिटन एरिया नैटवर्क ते वाइड एरिया नैटवर्क यानी कि लैन, मैन ते वैन। सो ये तीन टॉपिक्स आप अज डिस्कस करांगे। सो पहला जिहड़ा टॉपिक है देखो जी, पहला टॉपिक है जी लोकल एरिया नेटवर्क। सो लोकल मीनस इट इज़ द स्मॉल प्लेस, मतलब एक छोटी जी प्लेस से जो नैटवर्क होंगे उन्होंने आप कहते हैं लोकल एरिया नेटवर्क। फर्स्टली थोड़ा जिहा मैं तुहानूं दसना ही चाहना कि वॉट इज़ नैटवर्क। जे आप नैटवर्क की गल करिए तो आप इस तरह कह सकते हैं कि जे दो डिवाइसिस ने, जे दो डिवाइसिस नूं आपस दे विच आपां कनैक्ट कर दईए तो उन्होंने आप नैटवर्क बोलते हैं। जां आपां ये भी कह सकते हैं कि दो या दो तो वध डिवाइसिस नूं जे आपां आपस दे विच कनैक्ट कर दईए तो उन्होंने आप नैटवर्क कह सकते हैं। सो डिवाइसिस जड़ियां ने वो कंप्यूटर भी हो सकता है, वो तुहाडे मोबाइल फोन्स भी हो सकते हैं, वो प्रिंटर भी हो सकता है। सो लॉट ऑफ डिवाइसिस आर देयर दैट आर कैपेबल ऑफ नैटवर्किंग। सो नैटवर्क दोबारा दस रहा मैं, नैटवर्क की है, नैटवर्क की है दो डिवाइसिस जे आप आपस दे विच उन्हां नूं कनैक्ट कर दईए जां दो तो वध डिवाइसिस जे आपस दे विच उन्हां नूं आपां कनैक्ट कर दईए तो उन्होंने आप नैटवर्क बोलते हैं। सो पहला जिहड़ा देखो, पहला है लोकल एरिया नैटवर्क। लोकल एरिया नैटवर्क हुंदा आ जिहड़ा कि एक स्मॉल प्लेस ते होवे। फॉर एग्जाम्पल आप लैने बेस्ट एग्जाम्पल ऑफ लोकल एरिया नैटवर्क। हुण जिवें सपोज करो एक स्कूल है, ठीक है जी, स्कूल दे अंदर लैब है, लैब दे विच जिहड़े कंप्यूटर सपोज करो साडी लैब दे विच 24 कंप्यूटर्स पे है कंप्यूटर लैब दे विच, ठीक है। सो जे आपां 24 कंप्यूटर्स नूं आपस दे विच कनैक्ट कर दिंदे आ, सो एक छोटी लैब है, ਉਹਦਾ ਏਰੀਆ ਥੋੜਾ ਜਿਹਾ ਇੱਕ ਕਮਰੇ ਜਿਹਾ ਏਰੀਆ, ਠੀਕ ਹੈ। ਸੋ ਉਹ ਇੱਕ ਛੋਟਾ ਜਿਹਾ ਰੂਮ ਹੈ, ਰੂਮ ਦੇ ਅੰਦਰ 24 ਕੰਪਿਊਟਰਸ ਨੂੰ ਜੇ ਆਪਾਂ ਕਨੈਕਟ ਕੀਤਾ ਤੇ ਉਹਨੂੰ ਆਪਾਂ ਬੋਲਾਂਗੇ ਲੋਕਲ ਏਰੀਆ ਨੈਟਵਰਕ। ਹੁਣ ਇਹ ਵੀ ਕਹਿ ਸਕਦੇ ਹਾਂ ਕਿ ਜੇ ਇੱਕ ਰੂਮ ਹੈ ਉਹਦੇ ਵਿੱਚ ਦੋ ਕੰਪਿਊਟਰਸ ਨੂੰ ਕਨੈਕਟ ਕੀਤਾ ਆਪਸ ਦੇ ਵਿੱਚ, ਉਹ ਵੀ ਇੱਕ ਲੋਕਲ ਏਰੀਆ ਨੈਟਵਰਕ ਹੈ, ਠੀਕ ਹੈ ਜੀ। ਸੋ ਕਹਿਣ ਦਾ ਮਤਲਬ ਕਿ ਇੱਕ ਛੋਟੀ ਪਲੇਸ ਜਿਹੜਾ ਨੈਟਵਰਕ ਹੁੰਦਾ ਆ ਉਹਨੂੰ ਆਪਾਂ ਲੋਕਲ ਏਰੀਆ ਨੈਟਵਰਕ ਬੋਲਦੇ ਹਾਂ। ਤੇ ਇਟ ਇਜ਼ ਇਨ ਦਾ ਰੇਂਜ ਆਫ 1 ਕਿਲੋਮੀਟਰ। ਇਹ 1 ਕਿਲੋਮੀਟਰ ਦੇ ਰੇਂਜ ਦੇ ਵਿੱਚ ਆ ਨੈਟਵਰਕ। ਜਿਵੇਂ ਹੁਣ ਸਪੋਜ਼ ਕਰੋ ਆਪਾਂ ਕੋਈ ਵੀ ਕਾਲਜ ਲੈ ਲਈਏ, ਕਾਲਜ ਦੀ ਬਿਲਡਿੰਗਸ ਬਹੁਤ ਵੱਡੀਆਂ ਹੁੰਦੀਆਂ ਨੇ, ਠੀਕ ਹੈ। ਸੋ ਕਾਲਜ ਦੇ ਵਿੱਚ ਮੰਨ ਲਓ ਦੋ ਬਿਲਡਿੰਗਸ ਨੇ, ਸੋ ਕਾਲਜ ਦਾ ਏਰੀਆ ਹੈਗਾ 1 ਕਿਲੋਮੀਟਰ ਦਾ। ਜੇ ਦੋ ਉਹਦੇ ਵਿੱਚ ਬਿਲਡਿੰਗਸ ਨੇ, ਇੱਕ ਬਿਲਡਿੰਗ ਦੇ ਵਿੱਚ ਵੀ ਇੱਕ ਲੈਬ ਹੈ, ਦੂਸਰੀ ਬਿਲਡਿੰਗ ਦੇ ਵਿੱਚ ਵੀ ਇੱਕ ਲੈਬ ਹੈ, ਠੀਕ ਹੈ ਜੀ। ਸੋ ਇੱਥੇ ਮੈਂ ਡਰਾ ਕਰਕੇ ਤੁਹਾਨੂੰ ਦਿਖਾਣਾ, ਜਿਵੇਂ ਸਪੋਜ਼ ਕਰੋ ਇਹ ਕਾਲਜ ਹੈ, ਠੀਕ ਹੈ ਜੀ। ਕਾਲਜ ਦੇ ਅੰਦਰ ਇੱਕ ਇਹ ਬਿਲਡਿੰਗ ਹੈ, ਇੱਕ ਇਹ ਵਾਲੀ ਬਿਲਡਿੰਗ ਹੈ। ਸੋ ਇਹਦੇ ਅੰਦਰ ਇੱਕ ਲੈਬ ਹੈ, ਇਹਦੇ ਅੰਦਰ ਵੀ ਇੱਕ ਲੈਬ ਹੈ, ਠੀਕ ਹੈ। ਸੋ ਦੋਵਾਂ ਲੈਬਸ ਨੂੰ ਜੇ ਆਪਾਂ ਆਪਸ ਦੇ ਵਿੱਚ ਕਨੈਕਟ ਕਰ ਦਈਏ, ਦੇਖੋ ਇਹਦੇ ਵਿੱਚ ਜਿਹੜੇ ਲੈਬ ਦੇ ਵਿੱਚ ਕੰਪਿਊਟਰਸ ਨੇ ਇਹ ਵੀ ਆਪਸ ਵਿੱਚ ਕਨੈਕਟਡ ਨੇ, ਜਿਹੜੇ ਇਸ ਲੈਬ 'ਚ ਕੰਪਿਊਟਰ ਹੋਣਗੇ ਉਹ ਵੀ ਆਪਸ ਵਿੱਚ ਕਨੈਕਟਡ ਹੋਣਗੇ, ਠੀਕ ਹੈ। ਪਰ ਜੇ ਆਪਾਂ ਇਹਦਾ ਵੱਖਰਾ ਨੈਟਵਰਕ ਹੈ, ਇਹ ਵੱਖਰਾ ਨੈਟਵਰਕ ਹੈ, ਜੇ ਆਪਾਂ ਦੋਵਾਂ ਨੈਟਵਰਕਸ ਨੂੰ ਜੋੜ ਦਈਏ ਆਪਸ ਦੇ ਵਿੱਚ ਤੇ ਉਹ ਵੀ ਇੱਕ ਲੋਕਲ ਏਰੀਆ ਨੈਟਵਰਕ ਹੈ। ਕਿਉਂ? ਕਿਉਂਕਿ ਉਹਦਾ ਜਿਹੜਾ ਏਰੀਆ ਹੈ ਉਹ ਕਨਫਾਈਨਡ ਟੂ 1 ਕਿਲੋਮੀਟਰ ਹੈ, ਯਾਨੀ ਸਿਰਫ 1 ਕਿਲੋਮੀਟਰ ਦੇ ਘੇਰੇ ਦੇ ਅੰਦਰ ਹੈ, ਠੀਕ ਹੈ। ਸੋ ਦੈਟਸ ਵਾਈ ਇਹਨੂੰ ਆਪਾਂ ਕੀ ਬੋਲਾਂਗੇ, ਲੋਕਲ ਏਰੀਆ ਨੈਟਵਰਕ ਬੋਲਾਂਗੇ, ਜਿਹੜਾ ਕਿ ਸਿਰਫ 1 ਕਿਲੋਮੀਟਰ ਦੀ ਰੇਂਜ ਹੋਵੇ, ਵੱਧ ਤੋਂ ਵੱਧ, ਛੋਟਾ ਜਿੰਨਾ ਮਰਜ਼ੀ ਹੋ ਸਕਦਾ। ਜਿਵੇਂ ਤੁਹਾਨੂੰ ਦੱਸਿਆ ਕਿ ਕਮਰੇ ਦੇ ਵਿੱਚ ਦੋ ਕੰਪਿਊਟਰ ਆ, ਉਹ ਤੁਸੀਂ ਆਪਸ 'ਚ ਕਨੈਕਟ ਕਰਦੇ ਹੋ ਤੇ ਉਹ ਵੀ ਲੋਕਲ ਏਰੀਆ ਨੈਟਵਰਕ ਹੈ। ਜੇ ਕਮਰੇ ਦੇ ਵਿੱਚ 24 ਕੰਪਿਊਟਰ ਪਏ ਆ, ਉਹ ਆਪਸ 'ਚ ਕਨੈਕਟ ਕਰਦੇ ਹੋ ਤਾਂ ਵੀ ਲੋਕਲ ਏਰੀਆ ਨੈਟਵਰਕ ਆ। ਜੇ ਤੁਸੀਂ ਇੱਕ ਕੈਂਪਸ ਆ, ਉਹਦਾ 1 ਕਿਲੋਮੀਟਰ ਦਾ ਏਰੀਆ, ਠੀਕ ਹੈ। ਸੋ 1 ਕਿਲੋਮੀਟਰ ਦੇ ਏਰੀਆ ਦੇ ਅੰਦਰ ਦੋ ਬਿਲਡਿੰਗਸ ਦੇ ਵਿੱਚ ਦੋ ਨੈਟਵਰਕਸ ਨੇ ਜਾਂ 3 ਨੇ ਜਾਂ 4 ਨੇ, ਜਿੰਨੇ ਮਰਜ਼ੀ ਹੋਣ। ਸੋ ਜੇ ਉਹ ਆਪਸ ਦੇ ਵਿੱਚ ਕਨੈਕਟ ਕਰਦੀ ਹੈ ਉਹ ਵੀ ਲੋਕਲ ਏਰੀਆ ਨੈਟਵਰਕ ਹੀ ਆਪਾਂ ਉਹਨੂੰ ਬੋਲਾਂਗੇ। ਸੋ ਇਹ ਹੈ ਲੋਕਲ ਏਰੀਆ ਨੈਟਵਰਕ। ਸੋ ਜਿਹੜੀ ਤੁਹਾਨੂੰ ਦੱਸਦੀ ਹੈ ਕਿ ਜੇ ਕੰਪਿਊਟਰਸ ਨੂੰ ਆਪਸ ਦੇ ਵਿੱਚ ਕਨੈਕਟ ਕਰਨ ਵਾਸਤੇ ਮੋਸਟਲੀ ਜਿਹੜੀ ਡਿਵਾਈਸ ਯੂਜ਼ ਹੁੰਦੀ ਆ ਉਹ ਹੁੰਦੀ ਆ ਹਬ, ਠੀਕ ਹੈ। ਸੋ ਹਬ ਇੱਕ ਇਹੋ ਜਿਹੀ ਡਿਵਾਈਸ ਹੈ ਜਿਹੜੀ ਕਿ ਕੰਪਿਊਟਰਸ ਨੂੰ ਆਪਸ ਦੇ ਵਿੱਚ ਕਨੈਕਟ ਕਰਦੀ ਹੈ। ਹੁਣ ਜਿਵੇਂ ਇਹ 4 ਕੰਪਿਊਟਰ ਅਟੈਚ ਹੈਗੇ ਆ ਕਿਹਦੇ ਨਾਲ, ਹਬ ਦੇ ਨਾਲ। ਸੋ ਜੇ ਆਪਾਂ ਸਪੋਜ਼ ਕਰੋ A ਕੰਪਿਊਟਰ ਨੇ ਮੈਸੇਜ ਭੇਜਣਾ ਵਾ B ਨੂੰ, A ਨੇ B ਨੂੰ ਮੈਸੇਜ ਭੇਜਣਾ, A ਪਹਿਲਾਂ ਮੈਸੇਜ ਭੇਜੇਗਾ ਹਬ ਨੂੰ, ਹਬ ਅੱਗੋਂ ਭੇਜੇਗੀ B ਨੂੰ। ਸੋ ਕਹਿਣ ਦਾ ਮਤਲਬ ਹਬ ਜਿਹੜਾ ਆ ਇਹ ਇੱਕ ਇੰਸਟਰੂਮੈਂਟ ਹੈ, ਇਹ ਇੱਕ ਡਿਵਾਈਸ ਆ, ਇੱਕ ਕਨੈਕਟਿੰਗ ਡਿਵਾਈਸ ਹੈ। ਕਨੈਕਟਿੰਗ ਮੀਨਸ ਇਹਦੇ ਨਾਲ ਆਪਾਂ ਕੰਪਿਊਟਰਸ ਜਾਂ ਕੋਈ ਹੋਰ ਡਿਵਾਈਸਸ ਜਿਵੇਂ ਪ੍ਰਿੰਟਰਸ ਹੋ ਗਏ ਜਾਂ ਲੈਪਟਾਪ ਹੋ ਗਏ, ਇਹ ਚੀਜ਼ਾਂ ਆਪਾਂ ਜੋੜਦੇ ਹਾਂ। ਸੋ ਇਹ ਹੋ ਗਿਆ ਲੋਕਲ ਏਰੀਆ ਨੈਟਵਰਕ। ਸੋ ਦੈਨ ਅੱਗੇ ਆਪਾਂ ਮੂਵ ਕਰਦੇ ਹਾਂ ਮੈਟਰੋਪੋਲੀਟਨ ਏਰੀਆ ਨੈਟਵਰਕ ਤੇ। ਮੈਟਰੋਪੋਲੀਟਨ ਏਰੀਆ ਨੈਟਵਰਕ ਕੀ ਹੈ?
ਮੈਟਰੋਪੋਲੀਟਨ ਏਰੀਆ ਨੈਟਵਰਕ ਇਟ ਐਕਸਟੈਂਡਸ ਇਨ ਐਂਟਾਇਰ ਸਿਟੀ। ਇਹ ਉਹ ਨੈਟਵਰਕ ਆ ਜਿਹੜਾ ਕਿ ਪੂਰੀ ਸਿਟੀ ਦੇ ਵਿੱਚ ਫੈਲਿਆ ਹੁੰਦਾ। ਜਿਵੇਂ ਮੰਨ ਲਓ ਸਪੋਜ਼ ਕਰੋ ਇੱਕ ਪਲੇਸ ਹੈ, ਮੰਨ ਲਓ ਇੱਕ ਕਾਲਜ ਹੈ, ਇੱਕ ਸਿਟੀ ਹੈ, ਮੰਨ ਲਓ ਫॉर ਐਗਜ਼ਾਮਪਲ ਅੰਮ੍ਰਿਤਸਰ ਸਿਟੀ ਦਾ ਆਪਾਂ ਐਗਜ਼ਾਮਪਲ ਲੈ ਲੈਂਦੇ ਆ। ਅੰਮ੍ਰਿਤਸਰ ਸਿਟੀ ਦੇ ਵਿੱਚ ਇੱਕ ਕਾਲਜ ਹੈ ਜਿਹੜਾ ਕਿ ਇੱਕ ਲੋਕੇਸ਼ਨ ਤੇ ਹੈ, ਦੂਸਰਾ ਕਾਲਜ 5 ਕਿਲੋਮੀਟਰ ਤੇ ਹੈ, ਉਸ ਕਾਲਜ ਤੋਂ 5 ਕਿਲੋਮੀਟਰ ਤੇ ਹੈ, ਉਹ ਬੀ ਲੋਕੇਸ਼ਨ ਤੇ ਹੈ। ਠੀਕ ਹੈ ਜੀ। ਸੋ ਸਪੋਜ਼ ਕਰੋ ਕਿ ਨੈਟਵਰਕ 1 ਜਿਹੜਾ ਆ ਉਹ ਆਪਾਂ ਇਹ ਹੈਗਾ ਇੱਕ ਕਾਲਜ ਦੇ ਵਿੱਚ, ਇਹ ਨੈਟਵਰਕ 1 ਇੱਕ ਕਾਲਜ ਦੇ ਵਿੱਚ ਹੈ, ਇਹ ਨੈਟਵਰਕ 2 ਜਿਹੜਾ ਆ ਇਹ ਦੂਸਰੇ ਕਾਲਜ ਦੇ ਵਿੱਚ ਹੈ। ਠੀਕ ਹੈ। ਇਹਨਾਂ ਦਾ ਡਿਸਟੈਂਸ ਕਿੰਨਾ ਆ 5 ਕਿਲੋਮੀਟਰ ਹੈ, ਜਾਂ 5 ਕਿਲੋਮੀਟਰ ਹੋਵੇ, ਜਾਂ 2 ਹੋਵੇ, ਜਾਂ 3 ਹੋਵੇ, 4 ਹੋਵੇ, 5 ਹੋਵੇ, ਜਿੰਨਾ ਮਰਜ਼ੀ ਹੋਵੇ। ਸੋ ਕਹਿਣ ਦਾ ਮਤਲਬ ਕਿ ਦੋ ਜਿਹੜੇ ਨੈਟਵਰਕਸ ਜਿਨ੍ਹਾਂ ਦੇ ਡਿਸਟੈਂਸ ਜ਼ਿਆਦਾ ਆ, ਜਿਨ੍ਹਾਂ ਦੇ ਵਿੱਚ ਡਿਸਟੈਂਸ ਜ਼ਿਆਦਾ ਆ ਤੇ ਉਹਨਾਂ ਨੂੰ ਆਪਸ ਦੇ ਵਿੱਚ ਆਪਾਂ ਕਨੈਕਟ ਕਰੀਏ ਤੇ ਉਹਨੂੰ ਆਪਾਂ ਕੀ ਬੋਲਦੇ ਆ, ਮੈਟਰੋਪੋਲੀਟਨ ਏਰੀਆ ਨੈਟਵਰਕ। ਸੋ ਮੈਟਰੋਪੋਲੀਟਨ ਏਰੀਆ ਨੈਟਵਰਕ, ਇਹਦੇ ਵਿੱਚ ਪਹਿਲੀ ਲਾਈਨ ਦੇਖ ਲਓ ਕੀ ਲਿਖਿਆ, ਇਟ ਐਕਸਟੈਂਡਸ ਇਨ ਐਂਟਾਇਰ ਸਿਟੀ। ਇਹ ਪੂਰੀ ਸਿਟੀ ਦੇ ਵਿੱਚ ਫੈਲਿਆ ਹੋਇਆ ਨੈਟਵਰਕ ਹੁੰਦਾ ਆ। ਸੈਕੰਡ ਲਾਈਨ, ਇਟ ਇਜ਼ ਬਿਗਰ ਦੈਨ ਲੋਕਲ ਏਰੀਆ ਨੈਟਵਰਕ। ਤਾਂ ਦੱਸਿਆ ਸੀਗਾ ਲੋਕਲ ਏਰੀਆ ਨੈਟਵਰਕ ਜਿਹੜਾ ਆ ਉਹ ਛੋਟੀ ਪਲੇਸ ਤੇ ਹੁੰਦਾ ਆ। ਛੋਟੀ ਪਲੇਸ ਮੀਨਸ ਰੂਮ ਦੇ ਵਿੱਚ, ਇੱਕ ਰੂਮ ਦੇ ਵਿੱਚ ਵੀ ਹੋ ਸਕਦਾ ਆ, ਇੱਕ ਬਿਲਡਿੰਗ ਦੇ ਅੰਦਰ ਵੀ ਹੋ ਸਕਦਾ ਆ, ਜਾਂ ਮਲਟੀਪਲ ਬਿਲਡਿੰਗਸ ਹੋ ਸਕਦੀਆਂ ਵਾ ਜਿਹੜੇ ਕਿ 1 ਕਿਲੋਮੀਟਰ ਦੇ ਰੇਂਜ ਦੇ ਵਿੱਚ ਆਉਂਦੀਆਂ। ਪਰ ਮੈਟਰੋਪੋਲੀਟਨ ਏਰੀਆ ਨੈਟਵਰਕ ਜਿਹੜਾ ਉਹ 1 ਕਿਲੋਮੀਟਰ ਤੋਂ ਉੱਪਰ ਜਿਹੜਾ ਨੈਟਵਰਕ ਆ ਉਹਨੂੰ ਆਪਾਂ ਮੈਟਰੋਪੋਲੀਟਨ ਏਰੀਆ ਨੈਟਵਰਕ ਕਹਿੰਦੇ ਆ। ਜਿਵੇਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੱਤੀ ਆ, ਇੱਕ ਕਾਲਜ ਏ ਲੋਕੇਸ਼ਨ ਤੇ ਆ, ਦੂਸਰਾ ਕਾਲਜ ਬੀ ਲੋਕੇਸ਼ਨ ਤੇ ਆ, ਆਪਸ ਦੇ ਵਿੱਚ ਉਹਨਾਂ ਦਾ ਡਿਸਟੈਂਸ 5 ਕਿਲੋਮੀਟਰਸ ਦਾ ਹੈ। ਸੋ ਉਹ ਜਿਹੜਾ ਆਪਸ ਦੇ ਵਿੱਚ ਕਨੈਕਟ ਹੋਏ ਹੋਏ ਕਾਲਜ, ਆਪਸ ਦੇ ਵਿੱਚ ਉਹਨਾਂ ਦੀਆਂ ਲੈਬਸ ਜਿਹੜੀਆਂ ਨੇ ਉਹ ਕਨੈਕਟ ਹੋਈਆਂ ਨੇ। ਠੀਕ ਹੈ। ਸੋ ਉਹ ਡਿਸਟੈਂਸ 5 ਕਿਲੋਮੀਟਰ ਦਾ ਹੈ, ਜ਼ਿਆਦਾ ਆ। ਸੋ ਦੈਟਸ ਵਾਈ ਇਟ ਇਜ਼ ਨੋਨ ਐਜ਼ ਮੈਟਰੋਪੋਲੀਟਨ ਏਰੀਆ ਨੈਟਵਰਕ। ਇਸ ਤੋਂ ਇਹਦੀ ਬੈਸਟ ਐਗਜ਼ਾਮਪਲ ਮੈਟਰੋਪੋਲੀਟਨ ਏਰੀਆ ਨੈਟਵਰਕ ਦੀ ਇਹ ਵੀ ਦਿੱਤੀ ਜਾਂਦੀ ਹੈ ਕਿ ਸਿਟੀ ਕੇਬਲ ਨੈਟਵਰਕ। ਠੀਕ ਹੈ। ਸੋ ਸਿਟੀ ਕੇਬਲ ਨੈਟਵਰਕ ਜਿਹੜੇ ਨੇ ਉਹ ਫॉर ਐਗਜ਼ਾਮਪਲ ਹੁਣ ਤੁਸੀਂ ਫਾਸਟਵੇ ਕੇਬਲ ਲਗਾ ਲਓ। ਫਾਸਟਵੇ ਕੇਬਲ ਅੱਜ ਸਾਰੇ ਘਰਾਂ ਦੇ ਵਿੱਚ ਲੱਗੀ ਆ, ਮੋਸਟਲੀ ਕਾਫੀ ਘਰਾਂ ਦੇ ਵਿੱਚ ਲੱਗੀ ਆ। ਹੋਰ ਵੀ ਤੁਸੀਂ ਡਿਸ਼ ਵੀ ਯੂਜ਼ ਕਰਦੇ ਆ ਟੈਲ ਦੀ, ਜਾਂ ਵੀਡੀਓਕਾਨ ਦੀ, ਜਾਂ ਹੋਰ ਡਿਸ਼ ਵੀ ਯੂਜ਼ ਕਰਦੇ ਆ। ਸੋ ਜਿਹੜੇ ਸਿਟੀ ਕੇਬਲ ਨੈਟਵਰਕਸ ਨੇ, ਸਿਟੀ ਦੀਆਂ ਕੇਬਲਸ ਨੇ, ਉਹ ਸਿਟੀ ਲੈਵਲ ਤੇ ਕੰਮ ਕਰਦੀਆਂ। ਮਤਲਬ ਉਹਨਾਂ ਦਾ ਜਿਹੜਾ ਹੈਡਕੁਆਟਰ ਹੈ ਜਾਂ ਤੁਸੀਂ ਜਿਹੜਾ ਸਰਵਰ ਹੈ ਮੇਨ, ਉਹ ਸਿਟੀ ਦੇ ਅੰਦਰ ਉਹ ਸਾਰਿਆਂ ਨੂੰ ਸਰਵਿਸ ਪ੍ਰੋਵਾਈਡ ਕਰਦਾ ਸਿਟੀ ਦੇ ਅੰਦਰ। ਸੋ ਸਿਟੀ ਕੇਬਲ ਇਜ਼ ਅ ਬੈਸਟ ਐਗਜ਼ਾਮਪਲ ਆਫ ਮੈਟਰੋਪੋਲੀਟਨ ਏਰੀਆ ਨੈਟਵਰਕ। ਠੀਕ ਹੈ ਜੀ। ਸੋ ਫਾਸਟਵੇ ਕੇਬਲ ਦਾ ਇੱਕ ਮੰਨ ਲਓ ਹੈਡਕੁਆਟਰ ਆ ਜਾਂ ਜਿਹੜਾ ਸਰਵਰ ਆ ਉਹ ਇੱਕ ਪਲੇਸ ਤੇ ਆ, ਉਹ ਸਾਰੇ ਸਿਟੀ ਨੂੰ ਸਰਵਿਸ ਪ੍ਰੋਵਾਈਡ ਕਰ ਰਿਹਾ। ਠੀਕ ਹੈ। ਸੋ ਇਹ ਐਗਜ਼ਾਮਪਲ ਹੈ ਮੈਟਰੋਪੋਲੀਟਨ ਏਰੀਆ ਨੈਟਵਰਕ ਜਿਹੜਾ ਕਿ ਪੂਰੀ ਸਿਟੀ ਦੇ ਵਿੱਚ ਫੈਲਿਆ ਹੁੰਦਾ। ਉਸ ਤੋਂ ਬਾਅਦ ਆਪਾਂ ਥਰਡ ਨੈਟਵਰਕ ਤੇ ਹੁੰਦੇ ਆ ਵਾਈਡ ਏਰੀਆ ਨੈਟਵਰਕ। ਵਾਈਡ ਏਰੀਆ ਨੈਟਵਰਕ ਜਿਹੜਾ ਆ ਉਹ ਪੂਰੇ ਵਰਲਡ ਦੇ ਵਿੱਚ ਫੈਲਿਆ ਹੁੰਦਾ। ਮਤਲਬ ਜ਼ਰੂਰੀ ਨਹੀਂ ਕਿ ਵਰਲਡ ਦੇ ਵਿੱਚ ਫੈਲਣਾ ਨੇ, ਮਤਲਬ ਜਿਵੇਂ ਮੰਨ ਲਓ ਇੱਕ ਸਿਟੀ ਹੈ, ਸਿਟੀ ਦੇ ਅੰਦਰ ਜਿਹੜਾ ਨੈਟਵਰਕ ਆ ਉਹਨੂੰ ਆਪਾਂ ਕਹਿੰਦੇ ਆ ਮੈਟਰੋਪੋਲੀਟਨ ਏਰੀਆ ਨੈਟਵਰਕ। ਜਿਹੜਾ ਨੈਟਵਰਕ ਸਿਟੀ ਤੋਂ ਬਾਹਰ, ਮਤਲਬ ਕਿ ਸਪੋਜ਼ ਕਰੋ ਕਿ ਆਪਾਂ ਕਹੀਏ ਕਿ ਪੂਰੇ ਇੰਡੀਆ 'ਚ ਫੈਲਿਆ। ਠੀਕ ਹੈ। ਪੂਰੇ ਇੰਡੀਆ 'ਚ ਜਾਂ ਪੂਰੇ ਵਰਲਡ 'ਚ ਵੀ ਹੋ ਸਕਦਾ। ਸਾਰੇ ਕੰਟਰੀਜ਼ ਆਪਸ ਦੇ ਵਿੱਚ ਅੱਜ ਜੁੜੇ ਆ, ਸਾਰੇ ਕੰਟਰੀਜ਼, ਕਿੰਨੇ ਹੀ ਕੰਟਰੀਜ਼ ਇੰਟਰਨੈਟ ਦੇ ਥਰੂ ਅੱਜ ਜੁੜੇ ਆ ਆਪਸ ਦੇ ਵਿੱਚ। ਸੋ ਇਹ ਜਿਹੜਾ ਨੈਟਵਰਕ ਆ ਕਿਹਦੇ ਥਰੂ ਜੁੜੇ ਹੋ? ਦਾ ਬੈਸਟ example of the wide area network is internet. So internet example ਹੈ ਇਹਦੀ wide area network ਦੀ। ਕਿਉਂ? wide area network ਜਿਹੜਾ ਆ ਉਹ ਪੂਰੇ ਦੁਨੀਆ ਦੇ ਵਿੱਚ ਫੈਲਿਆ ਹੁੰਦਾ, ਜਾਂ ਪੂਰੇ ਦੇਸ਼ ਦੇ ਵਿੱਚ ਫੈਲਿਆ ਹੁੰਦਾ, ਜਾਂ ਕਾਫੀ ਸਪੇਸ ਦੇ ਵਿੱਚ ਫੈਲਿਆ ਹੁੰਦਾ। ਮਤਲਬ ਇੱਕ ਸਿਟੀ ਦੇ ਨਾਲ ਕਨਫਾਈਨਡ ਨਹੀਂ ਹੁੰਦਾ, ਜਾਂ ਇੱਕ ਛੋਟੇ ਜਿਹੇ ਕਮਰੇ 'ਚ ਨਹੀਂ, ਜਾਂ ਇੱਕ ਛੋਟੇ ਜਿਹੀ ਬਿਲਡਿੰਗ 'ਚ ਨਹੀਂ, ਜਾਂ ਇੱਕ ਛੋਟੇ ਜਿਹੇ ਸਿਟੀ 'ਚ ਨਹੀਂ। ਉਹ ਪੂਰੇ ਬਹੁਤ ਹੀ ਵੱਡੇ ਏਰੀਆ, ਸਟੇਟ, ਜਾਂ ਤੁਸੀਂ ਕਹਿ ਸਕਦੇ ਹੋ ਕੰਟਰੀ, ਜਾਂ ਇੰਟਰਨੈਸ਼ਨਲ, ਜਾਂ ਪੂਰੇ ਆਲ ਓਵਰ ਦਾ ਕੰਟਰੀਜ਼, ਆਲ ਓਵਰ ਦਾ ਵਰਲਡ ਫੈਲਿਆ ਹੁੰਦਾ ਨੈਟਵਰਕ ਹੈ। ਠੀਕ ਹੈ ਜੀ। ਸੋ ਇਹ ਹੈ ਵਾਈਡ ਏਰੀਆ ਨੈਟਵਰਕ। ਸੋ ਇਹਦੀ ਐਗਜ਼ਾਮਪਲ ਆਪਾਂ ਲੈ ਰਹੇ ਹਾਂ ਵਾਈਡ ਏਰੀਆ ਨੈਟਵਰਕ ਦੀ। ਹੁਣ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਡਰਾ ਕਰਕੇ ਦਿਖਾਊਂਗਾ। ਵਾਈਡ ਏਰੀਆ ਨੈਟਵਰਕ ਦੀ ਐਗਜ਼ਾਮਪਲ ਦੇਖੋ। ਜਿਵੇਂ ਸਪੋਜ਼ ਕਰੋ ਇੱਥੇ ਇੱਕ ਇੰਡੀਆ, ਇੱਥੇ ਆਪਾਂ ਇੰਡੀਆ ਕੰਟਰੀ ਲਗਾ ਲੈਂਦੇ ਆ। ਇੰਡੀਆ ਦਾ ਇੱਕ ਨੈਟਵਰਕ ਹੈ, ਸਪੋਜ਼ ਕਰੋ ਇਹ ਇੰਡੀਆ ਦਾ ਨੈਟਵਰਕ ਹੈ। ਠੀਕ ਹੈ। ਉਸ ਤੋਂ ਬਾਅਦ ਸਪੋਜ਼ ਕਰੋ ਇਹ ਆਸਟ੍ਰੇਲੀਆ ਦਾ ਨੈਟਵਰਕ ਹੈ। ਆਸਟ੍ਰੇਲੀਆ ਦੇ ਵਿੱਚ ਵੀ ਆਪਸ ਦੇ ਵਿੱਚ ਜਿਹੜੇ ਉਹ ਕੰਪਿਊਟਰਸ ਜੁੜੇ ਆ ਇਦਾਂ। ਸੋ ਇਹ ਆਸਟ੍ਰੇਲੀਆ ਦਾ ਨੈਟਵਰਕ ਹੈ। ਠੀਕ ਹੈ। ਉਸ ਤੋਂ ਇਲਾਵਾ ਇੱਕ ਚਾਈਨਾ ਹੈ, ਜਾਂ ਕੋਈ ਹੋਰ ਕੰਟਰੀ ਲਗਾ ਲਓ, ਚਾਈਨਾ ਲਗਾ ਲਓ ਭਾਵੇਂ, ਜਾਂ
ਤੁਸੀਂ ਅਮਰੀਕਾ ਵੀ ਲਗਾ ਸਕਦੇ ਹੋ। ਅਮਰੀਕਾ ਦੇ ਵਿੱਚ ਜਿਹੜਾ ਨੈਟਵਰਕ ਹੈ, ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਇਹ ਨੈਟਵਰਕਸ ਜਿਹੜੇ ਨੇ ਇਹ ਤਾਂ ਇੰਡੀਵਿਜੂਅਲ ਕੰਟਰੀਜ਼ ਦੇ ਨੈਟਵਰਕ ਨੇ, ਠੀਕ ਹੈ। ਸੋ ਇਹ ਨੈਟਵਰਕ ਇੰਡੀਵਿਜੂਅਲ ਕੰਟਰੀਜ਼ ਦੇ ਨੈਟਵਰਕ ਹੈ। ਜੇ ਆਪਾਂ ਇੱਕ ਅੰਦਰ ਇਹੋ ਜਿਹੇ ਡਿਵਾਈਸਸ ਰਾਊਟਰਸ ਲਾ ਦਈਏ, ਜਿਹੜੀਆਂ ਡਿਵਾਈਸਸ ਹੁੰਦੀਆਂ ਨੇ ਕਿ ਉਹਦੇ ਨਾਲ ਆਪਾਂ ਰਾਊਟਰਸ ਜਿਹੜੇ ਕਿ ਨੈਟਵਰਕਸ ਨੂੰ ਕਨੈਕਟ ਕਰਦੇ ਆ, ਠੀਕ ਹੈ। ਸੋ ਮੰਨ ਲਓ ਇਹ ਵਾਲਾ ਨੈਟਵਰਕ ਵੀ ਮੈਂ ਜੋੜ ਦੇਣਾ, ਇਹ ਵਾਲਾ ਨੈਟਵਰਕ ਵੀ ਜੋੜ ਦੇਣਾ, ਇਧਰੋਂ ਇਹ ਵਾਲਾ, ਇਧਰੋਂ ਇਹ ਵਾਲਾ, ਇਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕਰ ਦੇਣਾ। ਸੋ ਸਾਰੇ ਕੰਟਰੀਜ਼ ਆਪਸ ਦੇ ਵਿੱਚ ਜੁੜ ਕੇ, ਸੋ ਕਹਿਣਾ ਮਤਲਬ ਕਿ ਇੰਡੀਆ ਤੋਂ ਕੋਈ ਵੀ ਪਰਸਨ ਮੈਸੇਜ ਭੇਜਦਾ ਹੈ ਅਮਰੀਕਾ, ਤੇ ਅਮਰੀਕਾ ਵਾਲਾ ਆਸਟ੍ਰੇਲੀਆ, ਅਮਰੀਕਾ ਵਾਲਾ ਇੰਡੀਆ ਵੀ ਮੈਸੇਜ ਭੇਜਦਾ, ਚਾਈਨਾ ਵੀ ਭੇਜਦਾ। ਸੋ ਸਾਰੇ ਕੰਟਰੀਜ਼ ਆਪਸ ਦੇ ਵਿੱਚ ਕੀ ਨੇ, ਜੁੜੇ ਹੋਏ ਹਨ। ਸੋ ਇਸ ਨੈਟਵਰਕ ਨੂੰ ਆਪਾਂ ਬੋਲਦੇ ਆ ਵਾਈਡ ਏਰੀਆ ਨੈਟਵਰਕ। ਸੋ ਤੁਹਾਨੂੰ ਮੈਂ ਦੱਸਿਆ ਸੀ ਬੈਸਟ ਐਗਜ਼ਾਮਪਲ ਜਿਹੜੀ ਆ ਵਾਈਡ ਏਰੀਆ ਨੈਟਵਰਕ ਦੀ ਇੰਟਰਨੈਟ ਹੈ। ਇੰਟਰਨੈਟ ਇੱਕ ਪਬਲਿਕ ਨੈਟਵਰਕ ਹੁੰਦਾ। ਇੰਟਰਨੈਟ ਮਤਲਬ ਜਿਹੜਾ ਕਿ ਤੁਸੀਂ ਸਾਰੇ ਜਣੇ ਯੂਜ਼ ਕਰ ਰਹੇ, ਤੁਸੀਂ ਹੁਣ ਜਿਵੇਂ YouTube ਤੋਂ ਇਹ ਵੀਡੀਓ ਦੇਖ ਰਹੇ ਹੋ, ਠੀਕ ਹੈ। ਸੋ ਇਹ ਜਾਂ ਕੋਈ ਹੋਰ ਮਾਧਿਅਮ ਰਾਹੀਂ ਵੀਡੀਓ ਦੇਖ ਰਹੇ ਹੋ ਜਾਂ ਕੋਈ ਵੀ ਉਸਦਾ ਮੀਡੀਅਮ ਤੇ, ਹੁਣ ਜਿਵੇਂ ਇਹ ਤੁਸੀਂ ਵੀਡੀਓ ਥਰੂ ਇੰਟਰਨੈਟ ਆਈ ਤੁਹਾਡੇ ਕੋਲ, ਠੀਕ ਹੈ। ਸੋ ਇੰਟਰਨੈਟ ਕੀ ਆ, ਇੱਕ ਪਬਲਿਕ ਨੈਟਵਰਕ ਹੈ ਜਿਹੜਾ ਕੋਈ ਵੀ ਯੂਜ਼ ਕਰ ਸਕਦਾ। ਪਰ ਜਿਹੜੇ ਕਈ ਨੈਟਵਰਕਸ ਹੁੰਦੇ ਨੇ ਜਿਹੜੇ ਪ੍ਰਾਈਵੇਟ ਹੁੰਦੇ ਨੇ। ਫॉर ਐਗਜ਼ਾਮਪਲ ਜੇ ਆਪਾਂ ਐਗਜ਼ਾਮਪਲ ਲਈਏ ਸਟੇਟ ਬੈਂਕ ਆਫ ਇੰਡੀਆ, ਸਟੇਟ ਬੈਂਕ ਆਫ ਇੰਡੀਆ ਦਾ ਪੂਰੇ ਇੰਡੀਆ ਦੇ ਵਿੱਚ ਬ੍ਰਾਂਚਸ ਨੇ। ਇਸ ਤੋਂ ਇਲਾਵਾ ਸਟੇਟ ਬੈਂਕ ਆਫ ਇੰਡੀਆ ਦੀਆਂ ਇੰਟਰਨੈਸ਼ਨਲ ਬ੍ਰਾਂਚਸ ਵੀ ਨੇ ਜਿਹੜੇ ਦੂਸਰੇ ਕੰਟਰੀਜ਼ ਦੇ ਵਿੱਚ ਨੇ, ਠੀਕ ਹੈ। ਸੋ ਉਹ ਸਾਰੀਆਂ ਬ੍ਰਾਂਚਸ ਆਪਸ ਦੇ ਵਿੱਚ ਕਨੈਕਟਡ ਨੇ। ਸੋ ਉਹ ਉਹਨਾਂ ਦਾ ਆਪਣਾ ਨੈਟਵਰਕ ਹੈ। ਸੋ ਆਪਾਂ ਜਿਹੜਾ SBA ਦਾ ਨੈਟਵਰਕ ਹੈ, ਸਟੇਟ ਬੈਂਕ ਆਫ ਇੰਡੀਆ ਦਾ ਨੈਟਵਰਕ ਹੈ, ਉਹ ਇੱਕ ਵਾਈਡ ਏਰੀਆ ਨੈਟਵਰਕ ਦੀ ਐਗਜ਼ਾਮਪਲ ਹੈ। ਸੋ ਜਿਹੜਾ SBA ਦਾ ਨੈਟਵਰਕ ਹੈ ਉਹ ਵਾਈਡ ਏਰੀਆ ਨੈਟਵਰਕ ਹੀ ਹੈ। ਕਿਉਂ? ਕਿਉਂਕਿ ਇਹਦੀਆਂ ਬ੍ਰਾਂਚਸ ਆਲ ਓਵਰ ਇੰਡੀਆ ਐਂਡ ਇੰਟਰਨੈਸ਼ਨਲ ਆਲਸੋ, ਉਹ ਸਾਰੀਆਂ ਆਪਸ ਦੇ ਵਿੱਚ ਕਨੈਕਟਡ ਨੇ। ਸੋ ਸਾਰੇ ਅਕਾਊਂਟਸ ਜਿਹੜੇ ਨੇ ਉਹ ਐਕਸੈਸਿਬਲ ਨੇ ਸਟੇਟ ਬੈਂਕ ਆਫ ਇੰਡੀਆ ਤੋਂ, ਪਰ ਪਬਲਿਕ ਨਹੀਂ ਨੇ। ਪਬਲਿਕ ਕਿਉਂ ਨਹੀਂ ਨੇ? ਕਿਉਂਕਿ ਇਦਾਂ ਕੋਈ ਵੀ ਮੋਡੀਫਿਕੇਸ਼ਨ ਕਰ ਦੇਗਾ। ਸੋ ਇਹ ਪੋਸੀਬਲ ਨਹੀਂ ਹੋਣਾ ਚਾਹੀਦਾ। ਇਹ ਕਿਉਂਕਿ ਇਹ ਤਾਂ ਫਿਰ ਇੰਟਰੂਜਨ ਸਾਰੀ ਇਹ ਮਤਲਬ ਹੈਕਿੰਗ ਇਹਦੇ ਵਿੱਚ ਆਉਂਦੀ ਆ। ਮਤਲਬ ਹੈਕਰਸ ਜਿਹੜੇ ਆ ਉਹ ਕੋਸ਼ਿਸ਼ ਕਰਦੇ ਆ ਕਿ ਹੈਕ ਕਰਨ ਦੀ ਅਕਾਊਂਟ, ਪਰ ਉਹ ਚੀਜ਼ ਗਲਤ ਆ, ਠੀਕ ਹੈ। ਹੈਕਿੰਗ ਇਜ਼ ਵੈਰੀ ਰੋਂਗ, ਮਤਲਬ ਇਟ ਇਜ਼ ਨਾਟ ਗੁੱਡ ਐਟ ਆਲ, ਠੀਕ ਹੈ। ਮਤਲਬ ਜੇ ਆਪਾਂ ਇਲੀਗਲ ਹੈਕਿੰਗ ਕਰਦੇ ਆ, ਇਟ ਇਜ਼ ਵੈਰੀ ਬੈਡ। ਸੋ ਕਹਿਣਾ ਮਤਲਬ ਕਿ ਜਿਹੜਾ SBA ਜਾਂ ਲੋਕਲ ਜਿਹੜਾ ਸਟੇਟ ਬੈਂਕ ਆਫ ਇੰਡੀਆ, ਇਹਨਾਂ ਦਾ ਆਪਣਾ ਜਿਹੜਾ ਨੈਟਵਰਕ ਹੈ ਇਹ ਇੱਕ ਪ੍ਰਾਈਵੇਟ ਨੈਟਵਰਕ ਹੈ ਜਿਹੜਾ ਕਿ ਪਬਲਿਕ ਨੂੰ ਐਕਸੈਸਿਬਲ ਨਹੀਂ ਆ। ਇਹ ਸਿਰਫ ਸਟੇਟ ਬੈਂਕ ਆਫ EMPLOYEES ਜਿਹੜੇ ਅੰਦਰ ਬੈਠਦੇ ਆ ਉਹਨਾਂ ਨੂੰ ਹੀ ਐਕਸੈਸਿਬਲ ਆ। ਸੋ ਇਹ ਵਾਈਡ ਏਰੀਆ ਨੈਟਵਰਕ ਦੀ ਐਗਜ਼ਾਮਪਲ ਹੈ। ਸੋ ਇਹ ਤਿੰਨ ਨੈਟਵਰਕ ਜਿਹੜੇ ਅੱਜ ਆਪਾਂ ਡਿਸਕਸ ਕੀਤੇ ਆ। ਲੋਕਲ ਏਰੀਆ ਨੈਟਵਰਕ ਜਿਹੜੇ ਕਿ ਛੋਟੀ ਜਿਹੀ ਪਲੇਸ ਤੇ ਹੁੰਦਾ ਆ, ਮੈਟਰੋਪੋਲੀਟਨ ਏਰੀਆ ਨੈਟਵਰਕ ਜਿਹੜਾ ਕਿ ਇੱਕ ਸਿਟੀ ਦੇ ਅੰਦਰ ਨੈਟਵਰਕ ਹੁੰਦਾ ਆ, ਤੇ ਵਾਈਡ ਏਰੀਆ ਨੈਟਵਰਕ ਜਿਹੜਾ ਕਿ ਪੂਰੇ ਵਰਲਡ ਜਾਂ ਪੂਰੇ ਕੰਟਰੀ ਦੇ ਵਿੱਚ ਫੈਲਿਆ ਹੋਇਆ ਨੈਟਵਰਕ ਹੁੰਦਾ ਆ। ਸੋ ਇਹ ਤਿੰਨ ਨੈਟਵਰਕਸ ਅੱਜ ਆਪਾਂ ਡਿਸਕਸ ਕਰਿਆ। ਥੈਂਕ ਯੂ ਵੈਰੀ ਮਚ, ਥੈਂਕਸ ਅ ਲੋਟ।